ਸਤਿਨਾਮ ਸ੍ਰੀ ਵਾਹਿਗੁਰੂ ਜੀ। ਕਿਤੇ ਆਦ ਕਿਤਹਿ ਕਰ ਸਭ ਬਾਤ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਿੱਖਾਂ ਨੂੰ ਪ੍ਰੇਰ ਰਹੇ ਹਨ ਕਿ ਚੰਦੂ ਲਾਲ ਦੇ ਕੋਲ ਸਦਾ ਪਹਿਰਾ ਨਹੀਂ ਰੱਖਣਾ, ਕਿਤੇ ਦੌੜ ਨਾ ਜਾਵੇ, ਭੱਜ ਨਾ ਜਾਵੇ। ਦੇਖੀ ਆਨ ਪਰਵਿਰਤੀ ਰਾਤ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੇਖਿਆ ਕਿ ਪੂਰਾ ਦਿਨ ਇਹਨੂੰ ਜੁੱਤੀਆਂ ਪੈਂਦਿਆਂ ਬਤੀਤ ਹੋਈ ਹੈ, ਰਾਤ ਪੈ ਗਈ ਹੈ। ਗੁਰੂ ਸਾਹਿਬ ਕਰ ਖਾਨ ਰੁਕਾਨਾ। ਉਹਨੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਮੂਹ ਸਿੱਖਾਂ ਦੇ ਸਵੇਰ ਰਾਤ ਨੂੰ ਪ੍ਰਸਾਦਾ ਪਾਣੀ ਛਕਿਆ ਹੈ। ਵਿਕੇ ਸਕਲ ਨਰ ਨਿਜ ਨਿਜ ਖਾਨਾ। ਜਿਤਨੇ ਵੀ ਗੁਰਸਿੱਖ ਭਾਵਨਾ ਵਾਲੇ ਨਾਲ ਸਨ ਮਹਾਰਾਜ ਜੀ ਦੇ, ਉਹ ਸਾਰੇ ਰਾਤ ਨੂੰ ਪ੍ਰਸਾਦਾ ਪਾਣੀ ਛਕ ਕੇ ਆਪੋ ਆਪਣੀ ਜਗ੍ਹਾ ਤੇ ਆਰਾਮ ਕਰਨ ਲੱਗ ਗਏ। ਉਪਤ ਯਥਾ ਸੁਖ ਗੁਰ ਅਪਰਾਨੁ। ਇਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਜਥਾ ਸੁਖ ਰਾਤ ਬਤੀਤ ਕੀਤੀ ਹੈ। ਤਜੀ ਨੀਂਦ ਜਬ ਜਾਮਨ ਜਾਨੁ। ਜਿਸ ਵੇਲੇ ਇੱਕ ਪਹਿਰ ਰਾਤ ਰਹੀ ਹੈ, ਅੱਜ ਦੇ ਟਾਈਮ ਦੇ ਹਿਸਾਬ ਦੇ ਨਾਲ ਤਕਰੀਬਨ 3 ਵਜੇ ਅੰਮ੍ਰਿਤ ਵੇਲੇ ਤੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਫਿਰ ਜਾਗੇ ਹਨ। ਸੋਚ ਕਨਾਲ ਕੀਨ ਸੁਖ ਪਾਏ। ਮਹਾਰਾਜ ਨੇ ਸੌਚ ਕਿਰਿਆ ਕੀਤੀ। ਸੌਚ ਕਿਰਿਆ ਆਖਦੇ ਨੇ ਜੰਗਲ ਦਾ ਨਾਮ ਜਾਣਾ, ਦਾਤਰ ਜੋੜਾ ਕਰਦੇ ਹੱਥ ਮੂੰਹ ਤੋਂ, ਇਹਨੂੰ ਸੌਚ ਕਿਰਿਆ ਆਖਦੇ। ਫਿਰ ਉਸ ਤੋਂ ਬਾਅਦ ਇਸ਼ਨਾਨ ਕੀਤਾ। ਇਹ ਗੁਰਸਿੱਖ ਦੀ ਕਰਨੀ ਹੈ। ਸਰੀਰ ਤਾਂ ਪਵਿੱਤਰ ਕਰਨਾ ਹੈ ਪਾਣੀ ਦੇ ਨਾਲ ਸਭ ਤੋਂ ਪਹਿਲਾਂ, ਫਿਰ ਮਨ ਨੂੰ ਸਾਫ਼ ਸੁਥਰਾ ਰੱਖਣਾ। ਗੁਰੂ ਕੇ ਸਿੱਖ ਨੇ ਜਦੋਂ ਵੀ ਮਹਾਰਾਜ ਜੀ ਦੇ ਕੋਲ ਆਉਣਾ, ਇਸ਼ਨਾਨ ਪਾਠ ਕਰਕੇ ਸਰੀਰ ਨੂੰ ਵੀ ਪਵਿੱਤਰ ਰੱਖਣਾ। ਇਹ ਮਹਾਰਾਜ ਜੀ ਰਹਿਤ ਹੋਇਆ ਆਇਓ ਦਾ ਮਹਾਰਾਜ ਜੀ ਨੇ ਵਾਰ-ਵਾਰ ਬਚਨ ਕਹੇ, ਉਹਦੇ ਇਸ਼ਨਾਨ ਕਰੋ ਸਰਦਾਤੇ ਸੋਏ ਮਹਾਰਾਜ ਦਾ ਵਾਰ-ਵਾਰ ਮਹਾਰਾਜ ਜੀ ਨੇ ਬਚਨ ਕਹੇ, ਹੋਇਆ ਜੀਵਦਿਆਂ ਤੱਕ ਹੋਵੇ ਜਾਂ ਸਿਰ ਪਾਈ ਹੈ ਪਾਣੀ। ਪਾਣੀ ਦੇ ਨਾਲ ਸਭ ਨਾਲੋਂ ਬੜਾ ਪਿਆਰ ਸਤਿਗੁਰੂ ਨਾਨਕ ਸਾਹਿਬ ਜੀ ਦੇ ਬਚਨ ਚੌਥਾ ਕਾਲ ਸੁਭਾਗ ਹੈ। ਸੁਰਤਿਆਂ ਉਪਜੈ ਚਾਉ ਤਿੰਨਾਂ ਦਰਿਆਵਾਂ ਤੋਂ ਦੋਸਤੀ ਮਨ ਮੁਖ ਸੱਚਾ ਨਾਮ। ਜਿਹੜੇ ਸੁਰਤੇ ਹਨ ਸਾਧੂ ਮਹਾਤਮਾ, ਉਹਨਾਂ ਦੀ ਦਰਿਆ ਨਾਲ ਦੋਸਤੀ, ਪਾਣੀ ਨਾਲ ਮਿੱਤਰਤਾ। ਉਹ ਸਵੇਰੇ ਸਵੇਰ ਜਾ ਕੇ ਪਾਣੀ ਨੂੰ ਲੈਂਦੇ ਨੇ, ਮਤਲਬ ਇਸ਼ਨਾਨ ਕਰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੌਚ ਕਿਰਿਆ ਕਰਕੇ ਸਰੀਰ ਨੂੰ ਸਾਫ਼ ਸੁਥਰਾ ਕੀਤਾ, ਇਸ਼ਨਾਨ ਕੀਤਾ। ਜਿਨੇ ਅਡੋਲ ਸਮਾਜ ਲਗਾਏ। ਸਾਨੂੰ ਪਵਿੱਤਰ ਕਰਨ ਤੋਂ ਬਾਅਦ ਮਹਾਰਾਜ ਜੀ ਦੀ ਗੁਰਬਾਣੀ ਪੜ੍ਹੀ, ਸਮਾਧੀ ਲਗਾਈ, ਸਿਮਰਨ ਕੀਤਾ। ਆਸਾ ਵਾਰਨ ਬਾਬੀ ਗਾਵੇ। ਉਹ ਟਾਈਮ ਹੋਇਆ ਕਰ ਬਾਬੀ ਸਿੰਘ ਆ ਕੇ ਮਹਾਰਾਜ ਜੀ ਦੇ ਕੋਲ ਆਸਾ ਦੀ ਵਾਰ ਦਾ ਕੀਰਤਨ ਕਰਦੇ ਹਨ। ਉਹ ਰਗਨ ਕੇ ਸ਼ਬਦ ਸੁਣਾਵੇ। ਬੜੇ ਆਪਣਾ ਦੇ ਵਿੱਚ ਬੜੇ ਪਿਆਰ, ਬੜੀ ਭਾਵਨਾ ਦੇ ਨਾਲ ਮਹਾਰਾਜ ਜੀ ਦਾ ਸ਼ਬਦ ਬਾਣੀ ਕੀਰਤਨ ਗਾ ਰਹੇ ਹਨ। ਰੌਣਕ ਅਟ ਹੋਈ ਸਭ ਡੇਰੇ। ਇਸ ਤਰ੍ਹਾਂ ਮਹਾਰਾਜ ਦੇ ਡੇਰੇ ਅਸਥਾਨ ਤੇ ਬਹੁਤ ਜ਼ਿਆਦਾ ਰੌਣਕ ਹੋਈ ਹੈ। ਜਾਗਤ ਹੋਤ ਆਨੰਦ ਬੜੇਰੇ। ਬਹੁਤ ਸਿੰਘ ਜੀ ਕਹਿੰਦੇ ਜੋ ਜਿੱਧਰ ਦੇਖੀ ਦਾ ਸੱਚ ਬਜੈ ਸਵਰਗ ਦਾ ਨਜ਼ਾਰਾ ਬਣਿਆ ਹੋਇਆ ਹੈ। ਇਕਤਰ ਸਭ ਨਰ ਜੁਰ ਆਜ। ਇਸ ਤਰ੍ਹਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਜਿਤਨੀਆਂ ਵੀ ਸੰਗਤਾਂ ਸਨ ਸਾਰੀਆਂ ਇਕੱਤਰ ਹੋਈਆਂ। ਸਿੱਖ ਸੰਗਤ ਅਰ ਸੈਣ ਸਮਾਜ। ਜੋ ਸਿੱਖਾਂ ਨਾਲ ਰਹਿਣ ਵਾਲੇ ਉਹ ਦਿੱਲੀ ਦੀ ਜਿਹੜੀ ਸੰਗਤ ਹੈ, ਉਹ ਜਿਤਨੀ ਵੀ ਸੈਨਾ ਹੈ ਮਹਾਰਾਜ ਜੀ ਦੇ ਕੋਲ ਫੌਜ ਹੈ। ਤੇਰੇ ਕਰ ਉਦੈ ਪਇਓ ਜਿਸ ਕਾਲਾ। ਇਸ ਵੇਲੇ ਸੂਰਜ ਚੜ੍ਹਿਆ, ਦਿਨ ਚੜ੍ਹ ਗਿਆ। ਵਿਕਸੇ ਗੁਰ ਤ੍ਰਿਗ ਕਮਲ ਵਿਸਾਲਾ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸੂਰਜ ਚੜ੍ਹਦੇ ਆਪਣੇ ਨੇਤਰ ਖੋਲ੍ਹੇ। ਅੱਖਾਂ ਮੀਟ ਕੇ ਮਹਾਰਾਜ ਸਮਾਧੀ ਲਾ ਕੇ ਸਿਮਰਨ ਭਜਨ ਬੰਦਗੀ ਕਰਦੇ। ਸੂਰਜ ਚੜ੍ਹਦੇ ਮਹਾਰਾਜ ਜੀ ਨੇ ਅੱਖਾਂ ਖੋਲ੍ਹੀਆਂ। ਤਜੀ ਸਮਾਜ ਬਸਤਰ ਮਨਵਾਏ। ਮਹਾਰਾਜ ਜੀ ਨੇ ਸਮਾਧੀ ਤੋਂ ਉੱਠੇ ਹਨ। ਸਰੀਰ ਤਿਆਰ ਤੋਂ ਤਿਆਰ ਕਰਨ ਦੇ ਲਈ ਸ਼ਸਤਰ ਮੰਗਵਾਏ ਹਨ। ਪਹਿਲ ਸਰਬ ਸਤਿਗੁਰੂ ਸੁਹਾਏ। ਮਹਾਰਾਜ ਨੇ ਸਾਰੇ ਸ਼ਸਤਰ ਸਰੀਰ ਤੇ ਸਜਾਏ ਤੇ ਬੜੀ ਸ਼ੋਭਾ ਦੇ ਰਹੇ ਹਨ। ਸਰਕਾਰ ਬੈਠੇ ਮਹਿਲ ਲਗਾਏ ਦੀਵਾਨ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀਵਾਨ ਲਗਾ ਕੇ ਸਭਾ ਲਗਾ ਕੇ ਬੈਠੇ ਹਨ। ਵੰਦਤ ਸਭ ਬ੍ਰਿਧ ਆਦਿਕ ਆਨ। ਧੰਨ ਬਾਬਾ ਬੁੱਢਾ ਸਾਹਿਬ, ਕਿਉਂਕਿ ਇਹ ਵੀ ਹੁਣ ਆਏ ਹੋਏ ਸਿੱਖ ਸੰਗਤਾਂ ਦੇ ਸਮੇਤ ਔਰ ਸਿੱਖੀ ਧਰਮ ਦੇ ਵਿੱਚ ਚੌਕੀਆਂ ਦੀ ਪ੍ਰਾਰੰਭਤਾ ਇਹਨਾਂ ਨੇ ਕੀਤੀ ਹੈ। ਧੰਨ ਬਾਬਾ ਬੁੱਢਾ ਸਾਹਿਬ ਜਦੋਂ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਚਲੇ ਗਏ, ਇਹਨੇ ਜਹਾਂਗੀਰ ਨੇ ਰਹਾ ਨਾ ਕੀਤਾ। ਉਸ ਵੇਲੇ ਮਹਾਰਾਜ ਜੀ ਦੀ ਯਾਦ ਵਿੱਚ ਵੇਲੇ ਅੰਮ੍ਰਿਤ ਵੇਲੇ ਚੌਕੀਆਂ ਕੱਢਦੇ ਸਨ।
क्योंकि दिन में लोग किरते करे जाते सन ते इन्होंने अमृत वेले चौकियां कटी एक प्रकाश सीगा संगत ने इकट्ठे होना चौकी तो बाद इन्होंने प्रचार करना कि भाई गुरु हरगोबिंद साहब ने कैद खाने से बंद किया सरकार छड़ नहीं रही वो सानू रोक करना चाहिए सानू इकट्ठे होके अंत दे वादे की सूचना करी ये चौकियां की प्रारंभता जी है बाबा बुढ़ा साहब जी और इसके लिए हरमंदर साहब को भी चले जाओ शाम को अकाल तख्त साहब की तो बाबा बुढ़ा साहब जी की चौकी होगी और हैरान की और बड़े मजे वाली गल ये है दरबार साहब सदा अखंड कीर्तन होता है कीर्तन कभी बंद नहीं होता जो बाबा बुढ़ा साहब जी की चौकी जाती है कीर्तन भी उस वेले बंद हो जाता है इन्ना सत्कार अदब बाबा बुढ़ा साहब जी की चौकी महाराज जी की बख्शी हुई तलवार किरपान लेके गुरु का खालसा वो चौकी आती खड़ जाता कि वो चौकी रह के बाबा बुढ़ा साहब जी महाराज जी को हो गया इस करके उन बाबा बुढ़ा साहब जी दिल्ली हम महाराज जी के पास ते कभी संतोष सिंह साहब जी के जितने भी गुरसिख बाबा बुढ़ा साहब जी जिस प्लेट और जितने भी पसंद गुरु का के प्रकार पसंद वो सारे महाराज जी को महाराज जी के दरबार में हाजिर हुए दिन कर उदय भयो सिद्ध काला दिन चढ़े आ है विसे गुरु त्रि कमल विसाला मेरे साहब सतगुरु गुरु हरगोबिंद साहब जी महाराज जी बाबा बुढ़ा साहब रात में सारे नमस्कार की महाराज जी मिले पहल सत सरग सतगुरु सुहाए सिपर खड़क धर गणपत आए ये महाराज जी को सूर में हंस प्राप्त ने ढाल खड़ग आगे ने तलवार ढाल और तलवार धारण करके सना प्रभाव प्यार और प्यार होके महाराज जी को ले आए अन प्रमोद सब तय उर छाए गुरु हरगोबिंद साहब जी महाराज भाव होके आए ने दूसरा चंदूलाल पापी पकड़िया गया इस करके सारे के मन में बहुत ही खुशी है जुद हरदास महीपत पावन हरिदास जेड़ा दरोगा है चलेगा उस कैद खाने का जेड़ा दरोगा है जेल सुप्रीडेंट आज की भाषा में आप हम कह लो वो जेल सुप्रीडेंट हरिदास दरोगा और मेरे भूमिजा राजे सन महाराज के नाल हम आए करे गुर दर्शन पावन उन्होंने आके महाराज हरगोबिंद साहब जी बड़े प्यार सत्कार के नाल दर्शन कीते हम वंदन करन चरण अरविंदे हरगोबिंद साहब जी महाराज के चरणों कमलों पर नमस्कार करते हैं बैठ निकट बोरी दे आनंदे महाराज जी के कोल बैठ के बड़े अहम आनंद हैं असल में गुरु जी की भाषा ही वो है जिस वेले मन होए आनंद सो सतगुर करती है मन की डोलता मिस जाए हर परम पद नहीं जिन्हों मिलन दे नाल मन को सुकून मिले मन को शांति मिले गुरु नाम ही होता है गुरु हरगोबिंद साहब महाराज जी दिखने दीदार करके सिख संगतां दे हाल हो रहियां सन्मुख गुर द्रोही दह दाता मेरे चंदू लाल है ए नापे नंगेर भाई कि कुत्ते की तरह इनु बंधिया होया महाराज जी के सामने बीज चंडालन के रह दाता नाल हम कुत्ते के आदत का जो साफ पाल करते क्योंकि गुरु हरगोबिंद साहब जी महाराज शिकार करने लिए अपने को चीते का करते कई का परवाना ने देखा भाई गुरदास साहब ने लिखा मंजी का संतोष का कुत्ते का शिकार चलाया महाराज जी ने शिकारी कुत्ते भी अपने को चंगी अच्छी नस्ल दे बाल तक जुर्रे कुड़ियां इत्यादि सारे जितने भी शिकारी जानवर ने वो गुरु हरगोबिंद साहब जी ने अपने को रखे तेरे लाल संस्कृतियां की खास भाव करने वाले इन कुत्ते की तरह धाकड़े नकेर पाके रस्सी पाके कथा हो ते चंडाला को सौंपया होया चंदू लाल को सतगुर निकट वृद्ध ने भाषा बाबा बुढ़ा साहब जी ने गुरु हरगोबिंद साहब महाराज जी ताई दर्शन कीते हन माति कांग के गुर अबलाता गुरु महाराज आप जी के सत्कार जो माता गंगा जी के मन विच आप जी ਨੂੰ ਮਿਲਣ ਦੀ ਬਹੁਤ ਇੱਛਾ ਹੈ जिस तुमरे मेहमान लाता ਉਹਨਾਂ ਦਾ ਮਨ ਜਿਹੜਾ ਹੈ ਤੁਹਾਡੇ ਵੱਲ ਲੱਗਾ ਹੋਇਆ ਦਿਨ ਰਾਤ ਤੁਹਾਨੂੰ ਹੀ ਚਿੰਤੇ ਕਰਦੇ ਰਹਿੰਦੇ ਹਨ एक पुत्रा कीरत अनुराता और कोई ਉਹਨਾਂ ਦਾ ਪੁੱਤਰ ਹੈ ਆਪ ਜੀ ਤੇ ਬਹੁਤ ਜ਼ਿਆਦਾ ਆਪ ਜੀ ਨੂੰ ਬਹੁਤ ਮੁਹੱਬਤ ਕਰਦੇ ਹਨ प्रथम
विचार महाराज आपने सत्कार जो माता जी की जो दशा दिशा है ਉਹਦੇ ਵੱਲ ਵੀ ਥੋੜਾ ਜਿਹਾ ਸੋਚੋ ਆਪ सुध सब लग भेजो तत्काल ਮਹਾਰਾਜ ਮੈਂ ਇਹ ਕਹਿਣਾ ਚਾਹੁੰਦਾ ਕਿ ਤੁਹਾਡੇ ਮਾਤਾ ਜੀ ਤੁਹਾਡੀ ਬਾਹਲੀ ਚਿੰਤਾ ਕਰਦੇ ਇਸ ਕਰਕੇ ਤੁਸੀਂ ਉਹਨਾਂ ਨੂੰ ਖਬਰ ਜਿਹੜੀ ਹੈ ਖੁਦ ਜਿਹੜੀ ਹੈ ਪੱਤਰ ਜਿਹੜਾ ਹੈ ਇੱਕ ਲੈਟਰ ਉਹਨਾਂ ਨੂੰ ਭੇਜ ਦਿਓ ਉਹਦੇ ਵਿੱਚ ਇਹ ਲਿਖੋ ਕਿ ਅਸੀਂ ਹੁਣ ਵਿਆਹ ਹੋ ਗਏ ਹਾਂ ਚੰਦੂ ਨਾਮ ਨੂੰ ਪਕੜ ਲਿਆ ਹੈ ਜਾਇਜਾ ਕਾਲ ਹੋ ਰਹੀ ਹੈ ਔਰ ਬਹੁਤ ਜਲਦੀ ਅੰਮ੍ਰਿਤਸਰ ਸਾਹਿਬ ਆ ਰਹੇ ਅਜੇ ਇਹ ਬਚਦੇ ਕਿ ਚਿੱਠੀ ਭੇਜ ਦਿਓ ਆਪ सोन उपजे और मोद विसार ਚਿੱਠੀ ਬਾਰੇ ਪੜ੍ਹਨਗੇ ਸੁਣਨਗੇ ਮਾਤਾ ਜੀ ਤਾਂ ਉਹ ਖੁਸ਼ ਹੋ ਜਾਣਗੇ निहार को दिल सुन कर बानी ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਦੇ ਸਿਆਣੇ ਬਚਨ ਸੁਣੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ गुरु साहिब ए नीक बखानी और ये बाबा बुढ़ा साहब जी ये वचन आपने सच्चा कीता है आप जी धन हो लिख कर पढ़ो तुरत हदकार शेकी के नाल ਸਾਡੇ ਵੱਲੋਂ ਇੱਕ ਪੱਤਰਕਾਰ ਇੱਕ ਚਿੱਠੀ ਦੇ ਕੇ ਹਲਕਾਰੇ ਜਿਹਨੂੰ ਅੱਜ ਦੀ ਭਾਸ਼ਾ ਵਿੱਚ ਆਪਾਂ ਕਹਿ ਜਾਵਾਂਗੇ ਡਾਕੀਆ ਪੁਰਾਣੇ ਸਮਿਆਂ ਦੇ ਵਿੱਚ ਇਹ ਹਲਕਾਰੇ ਹੁੰਦੇ ਸਨ ਇਹਨਾਂ ਦੀ ਚਾਲ ਬੜੀ ਤੇਜ਼ ਤੇ ਰਸਤਿਆਂ ਦੀ ਬੜੀ ਜਾਣ ਪਛਾਣ ਰੱਖਦੇ ਸਨ ਕਈ ਵਾਰ ਇਸ ਤਰ੍ਹਾਂ ਹੁੰਦਾ ਸੀ ਕਿ ਅੱਜ ਕੱਲ ਕੋਰੀਅਰ ਜਾਂਦਾ ਹੈ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾਂ ਜਿਵੇਂ ਪੁਰਾਣੇ ਸਮੇਂ ਵਿੱਚ ਕਾਪੀਆ ਜਾਂਦਾ ਉਹ ਇੱਕ ਬਲਾਕ ਦਾ ਜਿਹੜਾ ਡਾਕ ਹੁੰਦਾ ਉਸ ਬਲਾਕ ਵਿੱਚ ਚਲਾ ਜਾਂਦਾ ਉਹ ਦੂਸਰੇ ਦਾ ਉਹ ਫਿਰ ਗਾਂ ਦੀ ਗਾਂ ਵੰਡ ਦਿੰਦੇ ਸਨ ਇਸ ਤਰ੍ਹਾਂ ਹੀ ਹੁੰਦਾ ਗਾਂ ਦੀ ਗਾਂ ਸ਼ਹਿਰਾਂ ਦੇ ਵਿੱਚ ਹਲਕਾਰੇ ਹੁੰਦੇ ਉਹਨਾਂ ਦੀ ਚਿੱਠੀ ਉਹ ਲੈ ਜਾਂਦਾ ਜਿਵੇਂ ਮੰਨ ਲਓ ਇੱਕ ਨੇ ਚਿੱਠੀ ਦੇਣੀ ਹੈ ਕਲਕੱਤੇ ਤੇ ਕਲਕੱਤੇ ਵਾਲੇ ਨੇ ਚਿੱਠੀ ਦੇਣੀ ਹੈ ਪੜ੍ਹਦੇ ਨੇ ਤੇ ਦੋਵੇਂ ਆਪਸ ਵਿੱਚ ਕਿਸੇ ਸ਼ਹਿਰ ਮਿਲ ਪੈਣਗੇ ਮੰਨ ਲਓ ਆਪਾਂ ਕੋਲ ਜਾਓ ਕਿਤੇ ਮਿਲ ਕੇ ਉਹ ਆਪਣੀ ਚਿੱਠੀ ਨੂੰ ਦੇ ਦੇਵੇਗਾ ਇਹ ਉਹਨੂੰ ਦੇ ਦੇਵੇਗਾ ਦੋਵਾਂ ਦਾ ਕੰਮ ਹੋਗਾ ਇਸ ਤਰੀਕੇ ਦੇ ਨਾਲ ਪੁਰਾਣੇ ਸਮਿਆਂ ਵਿੱਚ ਚਿੱਠੀਆਂ ਚੱਲਦੀਆਂ ਸਨ ਕਾਫੀ ਟਾਈਮ ਲੱਗਦਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਉਹ ਪੱਤਰਕਾਰ ਜਿਹੜੀ ਸੀ ਚਿੱਠੀ ਜਿਹੜੀ ਸੀ ਦੇਖਦੇ ਬਹੁਤ ਛੇਤੀ ਦੇ ਨਾਲ ਭੇਜੀ ਹੈ ਕਰਨ ਕਰਾ ਜਾਏ ਦਰਬਾਰ ਮਹਾਰਾਜ ਨੇ ਬਚਨ ਕਹੇ ਕਿ ਜਦੋਂ ਇਹ ਚਿੱਠੀ ਮਿਲ ਜਾਵੇ ਤੇ ਕਰੋ ਕਰਾ ਜਾਏ ਦਰਬਾਰ ਜਾ ਕੇ ਦਰਬਾਰ ਸਾਹਿਬ ਰਹਾਈ ਦੀ ਖੁਸ਼ੀ ਦੇ ਵਿੱਚ ਬੜਾ ਪ੍ਰਸਾਦ ਦੀ ਦੇਗ ਕਰਨੀ ਹੈ ਪੂਰਨ ਸਰਬ ਕਾਮਨਾ ਹੋਈ ਔਰ ਅਰਦਾਸ ਬੇਨਤੀ ਕਰਨੀ ਹੈ ਗੁਰਪੂਰੇ ਕਿਰਪਾ ਧਾਰੀ ਤਾਂ ਪੂਰੀ ਲੋਚ ਹਮਾਰੀ ਕਰੋ ਮਤ ਮਤ ਸਤਿਗੁਰੂ ਜੋਈ ਔਰ ਇਹ ਵੀ ਆ ਕੇ ਦੱਸਣਾ ਕਿ ਮੰਗੀ ਮਤ ਵਾਲਾ ਦੁਖੀ ਚੰਦੂ ਲਾਲ ਜਿਹੜਾ ਹੈ ਉਹਨੂੰ ਅਸੀਂ ਪਕੜ ਲਿਆ ਹੈ ਆਏ ਸਪਾਏ ਬਿਰਦਤ ਕਾਲਾ ਆਪਣੇ ਬਾਬਾ ਬੁੱਢਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਆਗਿਆ ਲੈ ਕੇ ਜਿਨ ਪਤਰੀ ਪਟ ਸਿਗਰ ਵਿਸਾਲਾ ਛੇਤੀ ਦੇ ਨਾਲ ਉਹਨਾਂ ਨੇ ਪੱਤਰਕਾਰ ਲਿਖੀ ਹੈ ਚਿੱਠੀ ਲਿਖੀ ਹੈ ਛੇਤੀ ਨਾਲ ਭੇਜਿਆ ਹੈ ਸ੍ਰੀ ਅੰਮ੍ਰਿਤਸਰ ਜਪ ਸੁਧ ਆਈ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਿਹਾਈ ਦੀ ਔਰ ਚੰਦੂ ਲਾਲ ਦੇ ਪਕੜਨ ਦੀ ਖਬਰ ਅੰਮ੍ਰਿਤਸਰ ਸਾਹਿਬ ਪਹੁੰਚੀ ਹੈ ਸੁਨ ਗੰਗਾ ਵਿੱਚ ਅੰਗ ਲੰਬਾਈ ਜਿਹੜੇ ਮਾਤਾ ਗੰਗਾ ਜੀ ਨੇ ਉਸ ਖਬਰ ਸੁਣੀ ਤਾਂ ਫੁੱਲੇ ਨੇ ਸਮਾਰੇ ਬਹੁਤ ਖੁਸ਼ ਹਨ ਵਾਰ ਵਾਰ ਸ੍ਰੀ ਨਾਨਕ ਧਿਆਨ ਵਾਰ-ਵਾਰ ਸਤਿਗੁਰੂ ਬਾਬਾ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਧਿਆਨ ਕਰਦੇ ਹਨ ਰਿਤੇ ਧਾਰ ਜੋਰਤ ਜੁਗ ਪਾਨ ਧਿਆਨ ਕਰਕੇ ਦੋਵੇਂ ਹੱਥ ਜੋੜ ਕੇ ਮਹਾਰਾਜ ਦੇ ਚਰਨਾਂ ਵਿੱਚ ਜੋਗਦੀਆਂ ਕਰਦੇ ਹਨ ਸਕਲ ਪੁਰਨ ਕੋ ਬੰਧਨ ਧਾਰੀ ਗੁਰੂ ਸਾਹਿਬ ਜੀ ਨੂੰ ਵਾਰ-ਵਾਰ ਨਮਸਕਾਰ ਕਰਦੇ ਹਨ ਨਮ ਸੁਤ ਕੇ ਸਦਲੀ ਰਖਵਾਰੀ ਮਹਾਰਾਜ ਆਪ ਜੀ ਸਦਾ ਮੇਰੇ ਪੁੱਤਰ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਦੇ ਸਦਾ ਰਖਵਾਲੇ ਹੋ ਆਪ ਦੁਰਗ ਕੈ ਕੋ ਤਹਨ ਕਸਾਏ ਆਪ ਜੀ ਨੇ ਕਿਰਪਾ ਕੀਤੀ ਹੈ ਇਹ ਵੱਡਾ ਜਿਹੜਾ ਕਿਲਾ ਸੀ ਜਿਹਦੇ ਵਿੱਚ ਕੋਈ ਨਿਗਮ ਨਹੀਂ ਸੀ ਸਕਦਾ ਉਹਦੇ ਵਿੱਚੋਂ ਆਪ ਜੀ ਨੇ ਰਿਹਾ ਕਰਵਾਇਆ ਹੈ ਗੁਰਦਰੋਹੀ ਕਹੈ ਜਸ ਕੋ ਪਾਏ ਰਿਹਾਈ ਨਹੀਂ ਕਰਾਇਆ ਗੁਰੂ ਨਾਨਕ ਸਾਹਿਬ ਆਪ ਜੀ ਨੇ ਕਿਰਪਾ ਕੀਤੀ ਹੈ ਗੁਰੂ ਨਾਨਕ ਦੇ ਘਰ ਦਾ ਨਿੰਦਕ ਦੁਖੀ ਚੰਦੂ ਲਾਲ ਉਹਨੂੰ ਵੀ ਪਕੜਾ ਦਿੱਤਾ ਉਹਨੂੰ ਵੀ ਸਜ਼ਾਵਾਂ ਮਿਲੀਆਂ ਨੇ ਜਿਸ ਕਰਕੇ ਗੁਰੂ ਦਾ ਜਸ ਗੁਰੂ ਦੀ ਵਡਿਆਈ ਵਧੀ ਹੈ ਸਬਦ ਕਠਨ ਸਭ ਪੂਰਨ ਭਈ ਜਿਹੜੀ ਵੱਡੀ ਦੇ ਮਨ ਵਿੱਚ ਪਕੜਿਆ ਕੀਤੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਲੜੀ ਵਾਰ ਕਥਾ ਸੁਣਦੇ ਨੇ ਤਾਂ ਸੁਣੀ ਹੋਏ ਜਦੋਂ ਆਣ ਕੇ ਭਾਈ ਜੇਠਾ ਭਾਈ ਰਾਣਾ ਭਾਈ ਵਿਦਿਆ ਭਾਈ ਲਗਾਇਆ ਨੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਸ਼ਹੀਦੀ ਦੀ ਅੱਖੀਂ ਦੇਖੀ ਸਾਖੀ ਸੁਣਾਈ ਹੈ ਤੇ ਰੋਜ਼ ਵਿੱਚ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕਹੇ ਸਨ ਕਿ ਅਸੀਂ ਆਪਣੇ ਪਿਤਾ ਹਰਗੋਬਿੰਦ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਦਾ ਬਦਲਾ ਚੰਦੂ ਲਾਲ ਦੇ ਨੱਕ ਵਿੱਚ ਨਗੇੜ ਪਾ ਕੇ ਤੇ ਕੁੱਤਿਆਂ ਵਾਲੀ ਮੌਤ ਮਾਰ ਕੇ ਲਵਾ ਇਹ ਬਹੁਤ ਵੱਡਾ ਪ੍ਰਣ
हिंदुस्तान के इतिहास विच ये पहली एक घटना हिंदुस्तान की गल करो कि पूरे विश्व के वो इस लिए क्योंकि जिहड़ा इस संसार में संत सी वो इन्ना संत सी कि ਉਹਦਾ संत होना ਉਹਦੇ ਲਈ ਸੰਤਾਪ बन चुका सी ਉਹਦੇ गल की माला नहीं ਉਹਦੇ ਲਈ ਫਾਹ बन चुकी सी फा ते जिहड़ा सिपाही सी ਉਹਦੀ तलवार ਨੂੰ जाला बना रही दरबाना बना रही सी जहांगीर के राज विच ਉਹਦੇ राज बारे पढ़ के देखो गैर मुसलमान घोड़े के ते सी चढ़ सकदा गैर मुसलमान सिर पे पगड़ी नहीं सी सजा सकदा शस्त्र नहीं सी रख सकदा अपने कोल अरे कड़े रूल सन ते दीवान तंदूलाल जेड़ा अज दी भाषा विच ਨੂੰ ਕਹਾਂਗੇ ਤਾਂ ਪ੍ਰਧਾਨ ਮੰਤਰੀ ਦੀ पोस्ट ਦਾ ਅੱਜ ਦੀ ਭਾਸ਼ਾ ਪ੍ਰਧਾਨ ਮੰਤਰੀ ਦੀ पोस्ट ਖੜ ਕੇ ਨੱਕ ਵਿੱਚ ਨਕੇੜ ਪਾ ਕੇ ਕੱਲੇ ਕੱਲੇ ਸਿੱਖ ਦੇ ਗੁਰੂ ਘੱਟ ਤੋਂ ਘੱਟ 5 ਜੁੱਤੀਆਂ ਲਾਉਣੀਆਂ ਇੱਕ ਫਕੀਰ ਦੇ ਹਿੱਸੇ ਆਉਣਾ ਇਹ ਹਿੰਦੁਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਸੀ ਜਦੋਂ ਮਹਾਰਾਜ ਨੇ ਪ੍ਰਾਣ ਕੀਤਾ ਸੀ ਹਿੰਦੁਸਤਾਨ ਦੇ ਲੋਕ ਇਹ ਪ੍ਰਾਣ ਸੁਣ ਕੇ ਕੰਬ ਗਏ ਸਨ ਕਿਵੇਂ ਹੋ ਸਕਦਾ ਜਹਾਂਗੀਰ ਆਪਣੇ ਆਪ ਨੂੰ ਅਪਣਾਉਂਦਾ ਨਾਮ ਉਹਦਾ ਸਲੀਮ ਸੀਗਾ ਜਹਾਂਗੀਰ ਨੇ ਆਪਣਾ ਤਖੱਲੁਸ ਰੱਖਿਆ जहां आया कहते ने संसार ਨੂੰ ਜਗੀਰ ਆਖਦੇ ਨੇ ਪਕੜਨਾ ਸੰਸਾਰ ਦੀ ਪਕੜ ਲੈਂਦਾ ਹੈ ਸੰਸਾਰ ਦੀ ਮੁੱਠੀ ਲੈਂਦਾ ਉਹਦੇ ਵਜ਼ੀਰ ਨੂੰ ਉਹਦਾ ਜਿਹੜਾ ਪ੍ਰਧਾਨ ਮੰਤਰੀ ਹੈ ਮੰਤਰੀਆਂ ਦਾ ਪ੍ਰਧਾਨ ਉਹਨੂੰ ਫੜ ਕੇ ਮਾਰਨਾ ਤੇ ਨਾਮੁਮਕਿਨ ਇੰਪੋਸੀਬਲ ਹੈ ਕੋਈ ਨਹੀਂ ਸਕਦਾ और गुरु हरगोबिंद साहब जी महाराज जी ने वो करके दिखाया ये जो घटना माता गंगा जी ने सुनी है कि मानी नाम का दासा करते महाराज सब कठिन सब पूर्ण करी ये बड़ी जी प्रतिज्ञा मन में कीती थी गुरु नानक साहब आप जी की बख्शिश के नाल तो पूरी हुई है चित चिंता अब सगली छई मन में जो जड़ियां चिंतावां सन तो गिर गईयां हन गढ़ उत्साह कील सब पाते इतना बहुत ज्यादा उत्साह खुशियां कीतियां हन सुध की सुध सुना शीतल छाती महाराज जी की खबर सुन के माता गंगा जी की छाती है शीतल हो गई मन ठंडा हो गया जन तन के कराह करवायो बहुत सारी माया दे के कराह प्रसाद ने विक्रम बताया श्री हरमंदर जाए प्रकायो जाके कराह प्रसाद की देख जेडी हरमंदर साहब बताई खुशियां कीतियां बार बार बंदन को करती माता गंगा जी बार बार महाराज के चरणों में नमस्कार करते हैं रे कनकान बधाई रती बीबियां भाई भाई हम सारे आगे बधाइयां देते हैं मंगत जन समुदाय दीना जितने भी मंगल वाले लोग सन यथा उचित सब को धन दीना जिवे लोग की माता गंगा जी ने खुशी लेके आके सब को माया दी मंगतियां को पैसे देते हैं जब के दुर्ग मजार प्रवेशे महाराज के प्रवेश होए तब ते सुख सुना चिंत विशेषे तो बात माता गंगा जी के मन में वो भी चिंता थी और हकीकत ये है कि सारे जो सिख सन वो भी बहुत ज्यादा घबरा रहे थे उन्होंने एक कि चंदू लाल के कहने ऊपर जहांगीर के गुरु अर्जन साहब जी अपने कोल सदे एक उनकी हवेली के बंद किया फिर दोबारा खबर नहीं है सदया बड़ी मिट्टी जमात के नाल पर करतूत ने काली की कि इस तरह ना दोबारा इतिहास दोहराया जाए कि गुरु हरगोबिंद साहब जी बड़ी निम्रता के नाल जहांगीर ने वजीर खान और कुंज बेग को सद के भेजे है ये दो आए वजीर खान और कुंज बेग इन्हों सद के भेजे है कि फिर ना वो दोबारा इतिहास दोहरा लवे तो गराजी करके गुरु हरगोबिंद साहब जी की शहीदी का कारण बने सिख जेड़े सन हकीकत विच बड़े मानी मन पता आए ਜਦੋਂ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਕਿਲੇ ਵਿੱਚ ਬੰਦ ਹੋਏ ਉਦੋਂ ਤੋਂ ਮਾਰੇ ਚਿੰਤਾ ਸੀ ਸੋ ਦਿਨ ਸੀ ਅਤ ਵਧੇ ਆਨੰਦ ਉਹ ਜਿਹੜੀ ਚਿੰਤਾ ਹੁਣ ਖਤਮ ਹੋ ਗਈ ਚਿੰਤਾ ਦੀ ਥਾਂ ਤੇ ਹੁਣ ਚਿੰਤਨ ਆ ਗਿਆ ਗਮੀ ਦੀ ਥਾਂ ਤੇ ਖੁਸ਼ੀ ਆ ਗਈ ਹੈ ਦੁੱਖ ਦੀ ਥਾਂ ਤੇ ਸੁੱਖ ਆ ਗਿਆ ਦੁੱਖ ਰਾਣੀ ਸਭ ਸੁੱਖ ਹੀ ਹੈ ਰੇ ਹਾਰ ਨਹੀਂ ਸਭ ਦੇਤਾ बुरा नहीं सब भला भी है छोड़ नहीं कष्ट देता है गली लाए की नंदन
बखान जिथे किथे ये खबर फैली है सारी संगतां बहुत खुश हो रही हैं बेटी ग्रहण सकल हर खाए गुरु नानक साहब जी महाराज जी संबंध सतगुरु श्री गुरु अंगद देव जी महाराज का 63 परिवार जिहड़ा है वो भी खुशियां मना रहे हैं श्री हर गोबिंद को जस गाए सारे जगत के गुरु हरगोबिंद साहब जी महाराज की बड़ी बढ़ियाई करते हैं अपनी करी प्रतिज्ञा पूरा सारे ये कहते हैं कि गुरु हरगोबिंद साहब जी महाराज ने देखो खालसा जी 9.5 साल की उम्र की होती है कि कुछ भी उम्र नहीं है 9.5 साल की उम्र में ये प्रण किया कि ਅਸੀਂ ਆਪਣੇ ਪਿਤਾ ਜੀ ਦਾ ਬਦਲਾ ਚੰਦੂ ਲਾਲ ਦੇ ਨਾਲ ਵਿੱਚ ਨਕੇਲ ਪਾ ਕੇ ਲਵਾ ਉਹ ਪ੍ਰਣ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੂਰਾ ਕੀਤਾ ਹੈ विद्रोही को कीन सचूरा ਜਿਹੜਾ ਪਿਤਾ ਜੀ ਦਾ ਦੁਸ਼ਮਣ ਸੀਗਾ ਉਹ ਮਿੱਟੀ ਵਿੱਚ ਮਿਲਾ ਦਿੱਤਾ ਹੈ दोहरा अब श्री हर गोबिंद की कथा सुनो मन लाए ਇਸ ਲੋਕ ਨੇ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੋ ਕਥਾ ਹੈ ਉਹ ਮਨ ਲਾ ਕੇ ਬੜੇ ਪਿਆਰ ਦੇ ਨਾਲ ਸੁਣੋ ਆਪ दिल्ली की संगत सकल भई प्राकृत खाए ਇਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਤੋਂ ਕਿ ਦਿੱਲੀ ਆਏ ਹਨ ਉਸ ਵੇਲੇ ਦਿੱਲੀ ਦੀ ਜਿਤਨੀ ਵੀ ਸੰਗਤ ਹੈ ਕਿਉਂਕਿ ਦਿੱਲੀ ਸ਼ਹਿਰ ਦਾ ਸਿੱਖਾਂ ਨਾਲ ਬੜਾ ਸੰਬੰਧ ਰਿਹਾ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਿਸੇ ਵੀ ਦਿੱਲੀ ਸ਼ਹਿਰ ਦੇ ਜਿੱਥੇ ਵਜਲੂ ਦਾ ਕਿਲਾ ਹੈ ਮੇਨ ਰੋਡ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਉੱਥੇ ਗਏ ਸਨ ਇਸੇ ਦਿੱਲੀ ਸ਼ਹਿਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ ਪਿਆਓ ਉੱਥੇ ਲੋਕ ਪਿਆਸ ਨਾਲ ਮਰਦੇ ਸਨ ਮਹਾਰਾਜ ਜੀ ਨੇ ਉੱਥੇ ਸ਼ਰੀਰ ਸ਼ੁਰੂ ਕੀਤੀ ਅੱਜ ਵੀ ਉਹ ਪਰਮਕਾਰ ਦਾ ਸਨੇਹਾ ਮਨੁੱਖਤਾ ਨੂੰ ਦੇ ਰਹੇ ਹਨ ਗੁਰੂ ਨਾਨਕ ਸਾਹਿਬ ਜੀ ਦਿੱਲੀ ਗਏ ਸਨ ਉੱਥੇ ਜਨ ਸੰਗਤਾਂ ਮਹਾਰਾਜ ਜੀ ਦੀਆਂ ਵਸਤੂ ਇਸ ਕਰਕੇ ਦਿੱਲੀ ਸਿੱਖੀ ਦਾ ਬਹੁਤ ਪ੍ਰਚਾਰ ਸੀਗਾ ਬਹੁਤ ਸਾਰੇ ਸੰਗਤਾਂ ਨੂੰ ਵੱਡੀ ਕੀਤੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਉਣਾ ਜਦੋਂ ਦਿੱਲੀ ਦੀ ਸੰਗਤ ਨੇ ਸੁਣਿਆ ਹੈ ਤੇ ਬੜੇ ਉਤਸ਼ਾਹ ਬੜੇ ਪਿਆਰ ਦੇ ਨਾਲ ਸੰਗਤ ਆਈ ਹੈ सो भई पंचामृत बहुते करवाए ਆਪ ਸਾ ਪਿਆਰ ਕੀਤਾ ਹੈ इकट्ठे सिख दर्शन को आए ਇਕੱਠੇ ਹੋ ਕੇ ਕਾਫਲਾ ਬਣਾ ਕੇ ਜਕਾਰੇ ਛੱਡਦੇ ਹੋਏ ਮਹਾਰਾਜ ਜੀ ਦੇ ਕੋਲ ਆ ਰਹੇ ਹਨ केत कहेरन चंदू है ਜੋ ਜਿਹੜੇ ਕੋਲ ਲੋਕ ਨੇ ਜਿਹੜੇ ਚੰਦੂ ਲਾਲ ਦੀ ਇਹ ਦੁਰਦਸ਼ਾ ਨੂੰ ਆਪਣੀ ਅੱਖਾਂ ਨਾਲ ਦੇਖਣਾ ਚਾਹੁੰਦੇ ਹਨ मानव आए करे के ਉਸ ਵੇਲੇ ਜਿਤਨੇ ਵੀ ਮਾਈ ਭਾਈ ਉਹ ਸ਼ਹਿਰ ਦੇ ਹਿੰਦੂ ਮੁਸਲਮਾਨ ਜਿਤਨੇ ਵੀ ਸਨ ਉਹ ਸਾਰੇ ਭਾਸ਼ਾ ਦੇਖਣ ਲਈ ਆਏ ਹਨ सतगुर बैठे सभा बजारो ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੀ ਸਭਾ ਲਾ ਕੇ ਦੀਵਾਨ ਕਚਹਿਰੀ ਲਾ ਕੇ ਬੈਠੇ ਹੋਏ ਹਨ मानव दर्शन करत हजारो ਹਜ਼ਾਰਾਂ ਦੀ ਗਿਣਤੀ ਵਿੱਚ ਦੂਰੋਂ ਪੜ ਕੇ ਮਹਾਰਾਜ ਦੇ ਦਰਸ਼ਨ ਕਰਦੇ ਲੋਕ आए ते हावल हुए अरदास ਇਸ ਤਰ੍ਹਾਂ ਕੜਾ ਪ੍ਰਸਾਦ ਦੀ ਦੇਗ ਤਿਆਰ ਹੋਈ ਅਰਦਾਸ ਹੋਈ ਹੈ करता में बैठे नर पास ਉਸ ਵੇਲੇ ਜਿਤਨੇ ਵੀ ਗੁਰਸਿੱਖ ਮਹਾਰਾਜ ਜੀ ਦੇ ਕੋਲ ਬੈਠੇ ਸਾਰੇ ਕੜਾ ਪ੍ਰਸਾਦ ਦੀ ਦੇਗ ਪ੍ਰਾਪਤ ਕਰਦੇ ਹਨ मुख सेठ गुर के सब पाखै ਉਸ ਵੇਲੇ ਜਿਤਨੇ ਵੀ ਗੁਰਸਿੱਖ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਤਾਈਂ ਬੇਨਤੀ ਕਰਦੇ आज भई पूरन अब लाखै ਰਾਜ ਅੱਜ ਜਿਹੜੀ ਮਾਤੀ ਇੱਛਾ ਸੀ ਉਹ ਪੂਰੀ ਹੋ ਗਈ ਹੈ ਹਾਜ਼ਰ ਹੋ ਗਏ ਆ ਕੈਦੀ ਵੀ ਛੁੱਟ ਗਏ ਨੇ ਔਰ ਚੰਦੂ ਲਾਲ ਦੋਖੀ ਵੀ ਪਕੜਿਆ ਗਿਆ ਹੈ नानक जब की तली सगाई ਮੇਰੇ ਮਹਾਰਾਜ ਜਰਮਨ ਦੀ ਅਸਲੀ ਇਹ ਚੰਦੂ ਲਾਲ ਦੀ ਲੜਕੀ ਜਿਹਦਾ ਨਾਮ ਇਤਿਹਾਸ ਵਿੱਚ ਸਦਾ ਕੌਰ ਆਇਆ ਉਹ ਸਦਾ ਕੌਰ ਦਾ ਜਦੋਂ ਦਾ ਰਿਸ਼ਤਾ ਛੱਡਿਆ करत रहो बड़ दुष्ट छुटाए ਇਹ ਚੰਦੂ ਲਾਲ ਉਦੋਂ ਦੀ ਈਰਖਾ ਮਾਂਗੇ ਕਰਦਾ ਰਿਹਾ ਕਿਉਂਕਿ ਇਤਿਹਾਸ ਵਿੱਚ ਲਿਖਿਆ ਹੈ ਇਹ ਚੰਦੂ ਲਾਲ ਦੀ ਜਿਹੜੀ ਕੁੜੀ ਸੀਗੀ ਇਹ ਦੁਹਾਗਣੀ ਬਣੀ ਹੈ ਪੂਰੀ ਜ਼ਿੰਦਗੀ ਇਹਦਾ ਰਿਸ਼ਤਾ ਨਹੀਂ ਹੋਇਆ ਕਿਸੇ ਨੇ ਇਹਨੂੰ ਬੋਲਿਆ ਨਹੀਂ ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਨਾ ਕਰ ਦਿੱਤੀ ਬੜੀ ਥਾਂ ਤੇ ਨੇ ਬੜੀ ਭਾਵੇਂ ਕਿ ਦੇਸ਼ ਦਾ ਪ੍ਰਧਾਨ ਮੰਤਰੀ ਸੀ ਪਰ ਉਹਨਾਂ ਸਮਿਆਂ ਵਿੱਚ ਲੋਕਾਂ ਦੇ ਵਿੱਚ ਅਣਖਾਂ ਹੁੰਦੀਆਂ ਸਨ ਇਹ ਕਹਿੰਦੇ ਸਨ ਕਿ ਗੁਰੂ ਦਾ ਪਿਟਾਲਿਆ ਇਹਦੀ ਲੜਕੀ ਦਾ ਰਿਸ਼ਤਾ ਨਹੀਂ ਹੋਊਗਾ ਉਹ ਵਿਚਾਰੀ ਨੂੰ ਦੁਖੀ ਹੋ ਕੇ ਮਰੀ ਸੀ ਬਾਪ ਜਿਸ ਦੇ ਆਪਣੇ ਬਾਪ ਨੂੰ ਮਰਦੇ ਜਾਣਦਾ ਇਸ ਕਰਕੇ ਚੰਦੂ ਲਾਲ ਜਿਹੜਾ ਸੀ ਉਹ ਵੀ ਜਾਤੀ ਈਰਖਾ ਕਰਦਾ ਸੀ ਬੜੇ ਯਤਨ ਕੀਤੇ ਕਿ ਗੁਰੂ ਹਰਗੋਬਿੰਦ ਸਾਹਿਬ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਖਤਮ ਕਰ ਤੇ ਸਿੱਖ ਆਖ ਦੇ ਮਹਾਰਾਜ ਜਦੋਂ ਵੀ ਇਹਦੀ ਲੜਕੀ ਦਾ ਰਿਸ਼ਤਾ ਛੱਡਿਆ ਉਦੋਂ ਵੀ ਬੜੀ ਈਰਖਾ ਕਰਦਾ ਸੀ ਇਹ तेरे मेरे दिल दे बचतावे ਤੇ ਆਪਣੀ ਲੜਕੀ ਨੂੰ ਦੇਖ ਕੇ ਮਨ ਵਿੱਚ ਬਹੁਤ ਪਛਤਾਉਂਦਾ ਸੀ ਇਹ हम दे कई उपाद लखावे ਮਹਾਰਾਜ ਇਹ ਸੋਚਦਾ ਸੀ ਕਿ ਵੱਡਾ ਗੁਨਾਹ ਸਾਡੇ ਤੋਂ ਹੋਇਆ ਹੈ इसने कहे पुआक प्रकाश ਮਹਾਰਾਜ ਜੀ ਦੇ ਇਸ ਦਿੱਲੀ ਸ਼ਹਿਰ ਦੇ ਵਿੱਚ ਬਹੁਤ ਥੋੜੇ ਬਚਨ ਆਪ ਜੀ ਦੇ ਤਾਈ ਕਹੇ ਸਨ हम सुत पटी सकल गुरु पास ਤੇ ਸੰਗਤ ਨੇ
ਹਰਗੋਬਿੰਦ ਸਾਹਿਬ ਦੇ ਨਾਲ ਇਹਨੇ ਕਿਹਾ ਕਿ ਉਹ ਫਕੀਰ ਨੇ ਜੇ ਕੋਈ ਉਹਨਾਂ ਨੂੰ ਮੰਗ ਕੇ ਖਾਂਦੇ ਨੇ ਜੇ ਕੋਈ ਉਹਨਾਂ ਨੂੰ ਦੋ ਆਦਮੀ ਦੇ ਦੇਵੇ ਤਾਂ ਢਿੱਡ ਭਰ ਲੈਂਦੇ ਨੇ ਵਰਨਾ ਉਹ ਭੁੱਖੇ ਹੁੰਦੇ ਨੇ ਤੁਸੀਂ ਇਹਨੇ ਕਿਹਾ ਸੀ ਕਿ ਤੁਸੀਂ ਜਿਹੜੀ ਵੱਡੀ ਇੱਕ ਹੈ ਚਵਾਰੇ ਦੀ ਇੱਕ ਸ਼ਬਦ ਵਰਤਿਆ ਚਵਾਰੇ ਦੀ ਇੱਕ ਮੋਰੀ ਨੂੰ ਲਾਈ ਅੰਤ ਪ੍ਰਕਾਸ਼ ਦੇ ਵਿੱਚ ਲਿਖਿਆ ਹੈ ਕਿ ਆਪ ਚਵਾਰਾ ਹੋਇਓ ਪਾਪੀ ਗੁਰ ਘਰ ਕੋ ਇੱਕ ਮੋਰੀ ਥਾ आप एक चबारा बन गए गुरु नानक के घर में मोरी क्या है आप चबारा होयो पापी गुर घर को एक मोरी था कि चबारे की एक मोरी नु ला दी एक भजन संगत ने सुनया महाराज जी की जिंदगी के महाराज चंदू लाल की लड़की का रिश्ता कभी एक भूलना नहीं इसने गुरु नानक के घर में नीवा बनाने की कोशिश की ते संगत को भजन दोबारा बता रहे महाराज जिन्होंने विद्या की इसकी उसे लिखियो हमार गुरु ने माना साडी लिखी हुई बेटी गुरु अर्जन साहब जी ने मान लई तजियो सर की नस अपमाना तेरा प्रातर किसा ਇਹਦੀ ਲੜਕੀ ਦਾ ਰਿਸ਼ਤਾ ਜਿਹੜਾ ਸੀ ਛੱਡ ਦਿੱਤਾ ਔਰ ਇਹਨੇ ਸ਼ਰਤ ਵੀ ਰੱਖੀ ਸੀ ਕਿ ਜਾਂ ਰਿਸ਼ਤਾ ਕਬੂਲ ਲਓ ਮੈਂ ਤੇ ਸ਼ਹੀਦ ਕਰ ਦਿਆਂ ਤੇ ਗੁਰੂ ਅਰਜਨ ਸਾਹਿਬ ਜੀ ਨੇ ਬਚਨ ਕਹੇ ਸਨ ਚੰਦੂ ਦਾ ਮੇਰਾ ਮਨ ਧਨ ਅਤੇ ਮੇਰਾ ਸਿਰ ਮੇਰੀ ਇੱਜ਼ਤ मेरा हक आबरू मेरी घरवाली के मेरा परिवार मेरे बच्चे ये शब्द सुन कवि संतोष से सब कुछ जाता रहे मैं कुर्बान हो जाऊं मेरा परिवार की गया जाए मेरी संपदा बर्बाद हो जाए पर मैं गुरु के सिख का वजन नहीं उठा सकता गुरु के सिख ने वजन लिखा कि महाराज तेरी लड़की का रिश्ता नहीं बोलना ये हंकारी है गुरु अर्जन साहब जी महाराज शहीद हो गए पर गुरु के सिखा दे वचनों ने दिखाने ਉਹਦਾ ਬਦਲ ਪਾਉਂਦੇ ਉਸ ਵੇਲੇ ਸੰਗਤ ਬੜਾ ਮਾਣ ਕਰਦੀ ਹੈ ਮਹਾਰਾਜ ਸਾਡੀ ਬੇਟੀ ਨੂੰ ਆਪ ਜੀ ਨੇ ਮੰਨ ਕੇ ਇਹਦਾ ਅਪਮਾਨ ਕੀਤਾ ਰਿਸ਼ਤਾ ਤੋੜ ਦਿੱਤਾ ਹੈ ਤਬਤੇ ਪੁੱਤਰ ਦੁਸ਼ਟ ਨਿਜ ਬਲਤੇ ਉਹ ਬਾਤ ਇਹਨੇ ਬੜੀ ਕੋਸ਼ਿਸ਼ ਕੀਤੀ ਜਿੰਨੀ ਵੀ ਤਾਕਤ ਸੀ ਸਾਰੀ ਲਾ ਦਿੱਤੀ ਹੈ ਕਰਤੋ ਰਹਿਓ ਅਬ ਕੀਆ ਕਰਤੇ ਬੜਾ ਸ਼ਾਨ ਕਰਦਾ ਰਿਹਾ ਬੜੀ ਅਵਧਿਆ ਬੜੀ ਨਰਾਦਰੀ ਕੀਤੀ ਇਸ ਨੇ ਕਰੇ ਕਰਮ ਮਹਾ ਅਪਰਾਧਾ ਕਰਮ ਕੀਤੇ ਬੜੇ ਗੁਨਾਹ ਕੀਤੇ ਇਸ ਨੇ ਤਿਨ ਕੋ ਫਲ ਸੰਕਟ ਅਬ ਲੱਗਦਾ ਉਹਦਾ ਫਲ ਇਹਨੂੰ ਹੁਣ ਪ੍ਰਾਪਤ ਹੋ ਗਿਆ ਹੈ ਰਾਜ ਨਿਸ਼ਚਿੰਤ ਭਏ ਹੁਣ ਸਾਰੇ महाराज आज असि सारे निश्चिंत हो गए कहे गुरु द्रोही हथियारे गुरु द्रोही पापी को पकड़ लिया है श्री हरि गोविंद जी तब कहो मेरे गुरु हरगोबिंद साहब महाराज ने वचन कहे श्री गुर करयो यथा चित चहयो महाराज संगत ने कहा कि साडे अपने वस वाली कोई गल नहीं ये गुरु नानक साहब जी महाराज की बड़ी वडियाई है पापी के सीस कलंक ये पापी है गुनाहगार है ये सिर पर कलंक लगा दाग लगा है दीन सो फल कष्ट अतंग गुरु नानक साहब जी महाराज ने ਇਹਦਾ ਜਿਹੜਾ ਫਲ ਸੀਗਾ ਇਹਨੂੰ ਦੇ ਦਿੱਤਾ ਹੈ पांच पांच पर ही गिर मारो और बाद में फिर वचन कहे कि जितनी भी दिल्ली की संगत है ये पांच पांच दुनिया के स्वर्ग के गिन के मारो देख दुष्ट पुना सदन सिधार मेरे दुष्ट पापी को देख के सजावा दे के फिर अपने घरे जाना है सुन कर हुक्म गए सिख सारे महाराज का हुक्म सुन के सारे सिख गए हम चंदू बंधन सहत निहारे चंदू ਨੂੰ ਦੇਖਿਆ ਨੱਕ ਦੇ ਨਕੇਲ ਮਾਰ ਕੇ ਬਾਹਾਂ ਟੁੱਟ ਕੇ ਪੱਤਾ ਹੋਇਆ पलनी माना तो बारो बारी लोग ने बार लंबी लाइन लगी हुई पांच पांच दुनिया घेरते मारते हमारे रिश्ते ਵਿੱਚ उनके नरता मिले हजारी लोग ने शहर ਦੇ टुकड़े भी हजारां की किसी रिश्ते किसान ਉਹ ਆਣ ਕੇ ਮਿਲੇ ਹਨ मारत मोहर गिरे धर्मानी ਲੋਕ ਸਿੰਘ ਜੀ ਜਿਹੜੇ ਪਾਸ ਦੇ ਨੇ ਇਹਨਾਂ ਨੂੰ ਦੂਰ ਫੇਰਿਆ ਕਿ ਬੇਹੋਸ਼ ਹੋ ਕੇ ਧਰਤੀ ਤੇ ਗਿਰ ਪਿਆ लात प्रहार तन सुतनानी लोग ਜਿਹੜੇ ਸਿਰਫ ਗੁੱਸੇ ਵਿੱਚ ਆਣ ਕੇ ਲੱਤਾਂ ਮਾਰਦੇ ਦੀ ਮੱਖੀ ਦੇ ਫਿਰ ਉਹ ਬੇਸੁੱਧ ਹੋ ਗਿਆ ਬੇਹੋਸ਼ ਹੋ ਗਿਆ सुन सतगुरु ने सिख हटाए ਮੇਰੇ ਮਹਾਰਾਜ ਜੀ ਨੇ ਭਾਈ ਨੂੰ ਰੋਕ ਜਾਓ ਇਹਨੂੰ ਕੋਈ ਵੀ ਨਾ ਮਾਰੋ हथ होना अब ए न मर जाए और ये आपके मोटे को मारना नहीं हम ज्यादा ना मारो ताकि किसी मरी ना जाए इनको इतनी सजा देनी है मारना भी नहीं तो जिंदा भी नहीं अरे ये सजा देनी है इसको जाम दिवस लो संगत आई ये दिन का रहते का संगत आई है कर 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 सन सदन सिधाई
गण उमराव संग जिस केरे ਉਹਦੇ ਨਾਲ ਬਹੁਤ ਸਾਰੇ ਉਮਰਾਵ ਵਜ਼ੀਰ ਅਹਿਲਕਾਰ ਹਨ वस्त्र विभूषण मोल बडेरे ਜਿਨ੍ਹਾਂ ਨੇ ਬੜੇ ਐਸੇ ਵਾਲੇ ਗਹਿਣੇ ਵਸਤਰ ਐਨ ਸਜਾਏ ਹੋਏ ਹਨ जबर जवाहर कंचन जरे ਇਹਨਾਂ ਦੇ ਹੱਥਾਂ ਵਿੱਚ ਪਾਏ ਹੋਏ ਗਹਿਣੇ ਸੋਨੇ ਦੇ ਹੀਰੇ ਜਵਾਹਰਾਤ ਜੜੇ ਹੋਏ ਹਨ सबन शरीर पिछे सुख धरे ਇਹ ਸਾਰੇ ਐਨ ਤੌਰ ਦੇ ਨਾਲ ਬੜੀ ਸ਼ੋਭਾ ਵਡਿਆਈ ਦੇ ਨਾਲ ਸਾਰੀ ਖਾਣ ਪਾਣ ਦੇ ਨਾਲ ਮਹਾਰਾਜ ਜੀ ਦੇ ਕੋਲ ਆਏ नंदन बन का चंदू जोए ਇਹ ਜਿਹੜੇ ਚੰਦੂ ਲਾਲ ਦਾ ਜਿਹੜਾ ਪੁੱਤਰ ਹੈ ਔਰ ਇਹਦੀ ਜਿਹੜੀ ਘਰਵਾਲੀ ਹੈ आने संग कर सोए ਇਹਨਾਂ ਦੋਵਾਂ ਨੂੰ ਫੜ ਕੇ ਚੰਦੂ ਲਾਲ ਦੇ ਪਰਿਵਾਰ ਨੂੰ ਇਹਦੀ ਘਰਵਾਲੀ ਔਰ ਇਹਦੇ ਪੁੱਤਰ ਨੂੰ ਫੜ ਕੇ ਲਿਆਂਦਾ ਹੈ बैठो सारा कुंदना करके ਇਹ ਜਿਹੜੇ ਸਾਹ ਜਿਹੜਾ ਜਹਾਂਗੀਰ ਦੀ ਦਾ ਨਮਸਕਾਰ ਕਰਕੇ ਮਹਾਰਾਜ ਜੀ ਦੇ ਕੋਲ ਬੈਠੇ ਹੈ बोले मुझे सरदा करता ਜਿਹੜੇ ਬੜੀ ਸ਼ਰਧਾ ਬੜੀ ਭਾਵਨਾ ਦੇ ਨਾਲ ਬੇਨਤੀ ਕਰਨ ਲੱਗਾ करी अवज्ञा दुष्ट महानी ਮਹਾਰਾਜ ਇਸ ਦੁਸ਼ਟ ਪਾਪੀ ਨੇ ਆਪ ਜੀ ਦਾ ਬਹੁਤ ਨਿਰਾਦਰ ਕੀਤਾ ਹੈ इसकी है बनता जहानी ਮਹਾਰਾਜ ਆ ਦੇਖੋ ਇਹਦੀ ਘਰਵਾਲੀ ਔਰ ਇਹਦਾ ਪੁੱਤਰ ਅਸੀਂ ਫੜ ਕੇ ਲਿਆਏ ਤੁਹਾਡੇ ਕੋਲ पुत्र तो एक सो एक आवा ਮਹਾਰਾਜ ਇਹਦਾ ਇਕਲੌਤਾ ਪੁੱਤ ਸੀਗਾ ਉਹ ਵੀ ਅਸੀਂ ਫੜ ਕੇ ਲਿਆਂਦਾ ਹੋਇਆ जो सजा जैसे मन भावा ਮਹਾਰਾਜ ਇਹ ਤੁਹਾਨੂੰ ਚੰਗਾ ਲੱਗਦਾ ਇਹਦੇ ਪਰਿਵਾਰ ਨੂੰ ਇਹਦੀ ਘਰਵਾਲੀ ਨੂੰ ਔਰ ਇਹਦੇ ਪੁੱਤਰ ਨੂੰ ਵੀ ਸਜ਼ਾ ਦੇ ਉਹ ਵੀ ਸਜ਼ਾ ਦੇ ਹੱਕਦਾਰ ਹਨ मंसिर दोष रहे न कोई ਮਹਾਰਾਜ ਤੁਹਾਡੇ ਦੋਸ਼ੀ ਜਿਹੜੇ ਤੁਹਾਡੇ ਹਵਾਲੇ ਕਰ ਦਿੱਤੇ ਨੇ ਮੇਰੇ ਸਿਰ ਕੋਈ ਦੋਸ਼ ਨਾ ਆਵੇ ਹੁਣ कायिस है अपराधी जोई ਮਹਾਰਾਜ ਨੇ ਕਿਹਾ ਕਿ ਜਿਹੜੇ ਅਪਰਾਧੀ ਗੁਨਾਹਗਾਰ ਹਨ ਆਪਣੇ ਅਪਰਾਧ ਦੀ ਸਜ਼ਾ ਆਪ ਪਾਉਣਗੇ श्री हर कोच विक्रम ठानी ਇਹ ਮੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇਖੋ ਖਾਲਸਾ ਜੀ ਆਪਣੇ ਗੁਰੂ ਸਾਹਿਬ ਜੀ ਦਾ ਅਸੂਲ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਸ ਵੇਲੇ ਚੰਦੂ ਲਾਲ ਨੇ ਕਿਹਾ ਮਹਾਰਾਜ ਇਹਦੀ ਘਰਵਾਲੀ ਔਰ ਇਹਦੇ ਪਰਿਵਾਰ ਨੂੰ ਸਜ਼ਾ ਦੇ ਇਹ ਵੀ ਸਜ਼ਾ ਦੇ ਹੱਕਦਾਰ ਹਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਸੁਣ ਕੇ ਕੀ ਬੋਲੇ ਹਨ बीस बदन दे गिरा बुखानी ਉਹਦੇ ਮਹਾਰਾਜ ਮੁਸਕਰਾਏ ਬੜੇ ਸ਼ਾਂਤ ਸਿੱਖ ਕਿਸੇ ਵਿਦਵਾਨ ਨੇ ਲਿਖਿਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੈਦਾਨੇ ਜਾਂਦੇ ਤੀਰ ਚਲਾਉਂਦੇ ਕਰਮਾਨ ਦੇ ਨਾਲ ਕੱਟੇ ਹੁੰਦੇ ਦੁਸ਼ਮਣਾਂ ਦੇ ਉਦੋਂ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਚਿਹਰਾ ਐਨ ਮੁਸਕਰਾਉਂਦਾ ਉਦੋਂ ਵੀ ਕ੍ਰੋਧ ਵਿੱਚ ਨਹੀਂ ਸੀ ਐਨੇ ਸ਼ਾਂਤ ਸੁਭਾਅ ਦੇ ਮਾਲਕ ਹਨ ਮੁਸਕਰਾਏ ਮਨ ਸੁਣ ਕੇ दशा चांदी इन्ह किताब ਭਗਵਾਨ ਨੇ ਕਿਹਾ ਕਿ ਭਾਈ ਚੰਦੂ ਲਾਲ ਦੀ ਜਿਹੜੀ ਦਸ਼ਾ ਹੈ ਜਿਹੜੇ ਹਾਲਾਤ ਨੇ ਇਹਨਾਂ ਨੂੰ ਦਿਖਾ ਦੇਵੋ बिन दोषे लख बोहर चिताब ਕਿਆ ਪਿਆਰਾ ਬਚਨ ਕੀਤਾ ਮਹਾਰਾਜ ਨੇ ਕਿਹਾ ਬਿਨ ਦੋਸ਼ੇ ਲੱਖ ਇਹਦੇ ਨਹੀਂ ਚੜਾ ਇਹਨਾਂ ਦਾ ਕੋਈ ਦੋਸ਼ ਨਹੀਂ ਇਹਨਾਂ ਦਾ ਕੋਈ ਗੁਨਾਹ ਨਹੀਂ ਹੈ ਭਾਵੇਂ ਪਰਿਵਾਰ ਵਾਲੇ ਇਹਨਾਂ ਨੂੰ ਸਜ਼ਾ ਨਹੀਂ ਹੋਈ ਇਹਨਾਂ ਨੂੰ ਕੁਝ ਵੀ ਨਹੀਂ ਆਖਣਾ ਹੈ करना कुकर्म पर है सोए ਜੋ ਕਰਮ ਕਰੇਗਾ ਅਸੀਂ ਉਹਨੂੰ ਹੀ ਸਜ਼ਾ ਦੇਵਾਂਗੇ त्याग दीजिए दिए सुख दोए ਆਇਆ ਇਹਦੀ ਘਰਵਾਲੀ ਨੂੰ ਔਰ ਇਹ ਪੁੱਤਰ ਨੂੰ ਛੱਡ ਦੇ ਨਾਮ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨਿਆਮਕਾਰੀ ਬਿਨਾਂ ਗੱਲ ਤੋਂ ਖਾਲਸੇ ਨੇ ਕਦੀ ਕਿਸੇ ਨੂੰ ਸਜ਼ਾ ਨਹੀਂ ਦਿੱਤੀ ਪਰ ਜੇ ਕਿਸੇ ਨੇ ਖਾਲਸੇ ਨਾਲ ਵਾਅਦਾ ਕੀਤਾ ਹੈ ਕਿ ਖਾਲਸੇ ਨੇ ਉਹਦੀ ਕਦੀ ਭਾਜੀ ਰਹਿਣਗੇ ਨਹੀਂ ਇਤਿਹਾਸ ਵਿੱਚ ਜ਼ਿਕਰ ਹੁੰਦਾ ਹੈ ਇਹ ਖਾਲਸੇ ਨੇ ਸਰਕਾਰ ਦਿੱਤਾ ਹੈ ਇੰਨਾ ਜ਼ਿਆਦਾ ਕਿ ਬੰਦੇ ਨੂੰ ਆਪਣੀ ਔਕਾਤ ਭੁੱਲੀ ਤੇ ਜੇ ਖਾਲਸੇ ਨੇ ਕਿਸੇ ਨੂੰ ਸਜ਼ਾ ਦਿੱਤੀ ਹੈ ਤੇ ਸੱਚਮੁੱਚ ਮੌਤ ਦੀ ਹੱਕ ਹੈ ਚੰਦੂ ਲਾਲ ਦੇ ਨੱਕ ਵਿੱਚ ਲਕੀਰ ਇੱਕ ਕੁੱਤੇ ਵਾਲੀ ਰੱਸੀ ਦੇ ਨਾਲ ਬੰਨ ਕੇ ਉਹ ਦਿੱਲੀ ਤੋਂ ਲਾਹੌਰ ਤੱਕ ਧੂ ਕੇ ਲੈ ਗਏ ਇਤਿਹਾਸ ਵਿੱਚ ਜ਼ਿਕਰ ਆਇਆ ਹੈ ਜਸਪਤ ਰਾਏ ਔਰ ਲਖਪਤ ਰਾਏ ਇਹ ਦੋ ਭਰਾ ਜਸਪਤ ਰਾਏ ਨੇ ਸਿੰਘਾਂ ਦੇ ਨਾਲ ਬੜੀ ਦੁਸ਼ਮਣੀ ਕੀਤੀ ਲਖਪਤ ਰਾਏ ਨੇ ਵੀ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਉਣ ਦਾ ਜਤਨ ਕੀਤਾ ਔਰ ਇਹ ਕਹਿੰਦਾ ਸੀ ਕਿ ਇਹ ਕੌਮ ਖੱਤਰੀ ਨੇ ਪੈਦਾ ਕੀਤੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਰੇ ਕਹਿੰਦਾ ਖੱਤਰੀ ਨੇ ਇਹ ਕੌਮ ਪੈਦਾ ਕੀਤੀ ਹੈ ਕਿ ਮੈਂ ਖੱਤਰੀ ਨੂੰ ਖਤਮ ਕਰਾਂ ਸਿੰਘਾਂ ਨੇ ਇਹ ਲਖਪਤ ਰਾਏ ਨੂੰ ਫੜਿਆ ਦੋ ਸ਼ਬਦ ਬਰਦਾਸ਼ਤ ਕਰ ਲੈਣੇ ਸਾਡੇ ਇਤਿਹਾਸ ਦੇ ਵਿੱਚ ਕੀ ਕਰਦਾ ਕਿ ਵੱਡਾ ਸਾਰਾ ਟੋਇਆ ਪੁੱਟ ਕੇ ਤੇ ਟੋਏ ਦੇ ਇਹਨੂੰ ਕੱਢ ਦਿੱਤਾ ਤੇ ਉੱਪਰ ਖਾਲਸਾ ਜੰਗਲ ਬਣਾ ਕਰਦਾ ਹੈ ਜੰਗਲ ਬਣਾ ਇੰਨੀ ਨੂੰ ਗੰਦੀ ਸਜ਼ਾ ਦਿੱਤੀ ਕਿਉਂ ਇਹਨੇ ਗੱਲ ਕਹੀ ਸੀ ਮੈਂ ਖਾਲਸੇ ਨੂੰ ਖਤਮ ਕਰ ਦਿਆਂ ਗੁਰੂ ਕੇ ਖਾਲਸੇ
खालसे के नगारे अज भी बजते हैं, गुरु के खालसे के झंडे अज भी झूलते हैं, लखपत राय का कोई नाम लैके आते हैं। खालसे ने जिन्हों सजा दी है, तेरा पसी का एक पठान सी, चार पठान, वो मजलूम ब्राह्मण की बहू चौके लै गया। गुरु गोबिंद सिंह साहब जी के इकलौते साहबजादे बाबा अजीत सिंह साहब जी ने रात 12 बजे हमला बोलिया उन्होंने फड़ के लिया, गोडिया तक धरती में गड्ढिया आनंदपुर साहब केसगढ़ के सामने गोडिया तक धरती में कट के खालसे को क्या कि गोलियां के तीर के निशाने लाओ, अभ्यास करो, प्रैक्टिस करो। कट के धरती के गोलियां के तीरां के नाल छाती की छाननी करके मारिया। ये खालसे ने सजा दी है, एडी भैड़ी सिर वटिया है गुरु के खालसे बाबा सुखा सिंह बाबा मेहताब सिंह ने, इस सिर के नाल किलो फुटी जिड़ी की हाथी आप देने लतां दे नाल पैरां दे नाल उस सिर नूं लपा दिया। गुरु के खालसे दे नाल मत्था लाउण दे लई लोकां नूं पहलां सोच लेना चाहिए कि खालसे दा सुभाਅ की है, खालसे दी सुरती गलती कैसी अरे ही भैड़ी सजा दे रहे गुरु गोबिंद साहब जी महाराज, पर ये बड़ा न्याय नहीं कर रहे, तेरी घरवाली और ये पुत्र को जिंदा कर देना। ते मैं बेनती करते ना करना कि हर को मेरे पूरे से जानिए कि गुरु हर को मेरे साथ ये हथों मरिया का कल्याण भी इन्हें ग्राम ने अपने प्यो का बदला लेना, माने का आदम बदला देना। ते बाबा बिधि चंद साहब जी ने एक पेड़ मारी, पेड़ के नाल भी मारा वो कथा जी है। अगले इतिहास में अगले आने वाले हमें ध्यान दे सकता आज रात का मतलब पे है समांगी मतलब पे है देखा करना छुट्टी है ताकि जीवन सुध जिसे बुझाए नाम का के गुरमुख निर्मल बुद्ध दशा चंद की इन्हं दिखावो बेन दो से लग बोर छुटावो कर्म पुरहत तो सोए त्याग दीजिए किए सुत दोए वाहिगुरू जी का खालसा वाहिगुरू